ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 324 ਤੇ 325 ਤੇ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਕਬੀਰ ਜੀ ਦੀ ਬਾਣੀ ਚੱਲ ਰਹੀ ਹੈ ਜੀ, ਬਹੁਤ ਹੀ ਪਿਆਰੀ ਬਾਣੀ ਹੈ। ਕਬੀਰ ਜੀ ਨੇ ਮਤਲਬ ਬਹੁਤ ਹੀ ਆਮ ਜਨ ਜੀਵਨ 'ਚੋਂ ਉਦਾਹਰਨਾਂ ਲੈ ਕੇ ਸਾਨੂੰ ਬਹੁਤ ਸੋਹਣਾ ਸਮਝਾਇਆ ਹੈ। ਜਿਸ ਤਰ੍ਹਾਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਕਿ ਗੁਰੂ ਸਾਹਿਬਾਨ ਪਰਮਾਤਮਾ ਦੀ ਜਗਦੀ ਜੋਤ, ਉਹ ਮਤਲਬ ਪਹਿਲਾਂ ਹੀ ਪਹੁੰਚੇ ਹੋਏ ਨੇ। ਪਰ ਜਿਹੜੇ ਭਗਤ ਸਾਹਿਬਾਨ ਨੇ ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਅਤੇ ਉਹ ਪਹੁੰਚ ਗਏ। ਤਾਂ ਇਸ ਕਰਕੇ ਫਿਰ ਉਹ ਭਗਤ ਸਾਹਿਬਾਨ ਜਿਸ ਤਰ੍ਹਾਂ ਆਪਣੇ ਜਿਵੇਂ ਜਿਵੇਂ ਉਹ ਲੰਘੇ ਨੇ ਪੜਾਵਾਂ 'ਚੋਂ ਸਾਡੇ ਨਾਲ ਸਾਂਝ ਪਾਉਂਦੇ ਨੇ ਅਤੇ ਸਾਡੇ ਲਈ ਸੌਖਾ ਹੋ ਜਾਂਦਾ ਸਮਝਣਾ। ਬਹੁਤ ਹੀ ਸੋਹਣਾ ਕਬੀਰ ਜੀ ਨੇ ਜਿਸ ਤਰ੍ਹਾਂ ਸਮਝਾਇਆ ਹੈ। ਆਓ ਆਪਾਂ ਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ, ਤਬ ਲੋਗਾ ਕਾਹੇ ਦੁੱਖ ਮਾਨਿਆ। ਕਹਿੰਦੇ ਜਦੋਂ ਮੈਂ ਇੱਕ ਪਰਮਾਤਮਾ ਦੇ ਨਾਲ ਹੀ ਸਾਂਝ ਪਾਈ ਆ ਅਤੇ ਸਾਰਿਆਂ ਵਿੱਚ ਮੈਨੂੰ ਪਰਮਾਤਮਾ ਹੀ ਦਿਸਿਆ, ਤਾਂ ਲੋਕਾਂ ਨੂੰ ਕਹਿੰਦੇ ਇਹ ਪਤਾ ਨਹੀਂ ਕਿਉਂ ਨਹੀਂ ਚੰਗਾ ਲੱਗਿਆ ਜਦੋਂ ਮੈਂ ਇੱਕ ਦੀ ਉਹ ਦੁਹਾਈ ਪਾਈ ਆ ਵੀ ਇੱਕ ਪਰਮਾਤਮਾ। ਹਮ ਅਪ ਤੋਂ ਆਪਣੀ ਪਤ ਖੋਈ, ਹਮਰੈ ਖੋਜ ਪਰੋ ਮਤ ਕੋਈ ਰਹਾਓ। ਕਹਿੰਦੇ ਜੇ ਇਸ ਕਰਕੇ ਕੋਈ ਮੈਨੂੰ ਇੱਜ਼ਤ ਨਹੀਂ ਦਿੰਦੇ ਹੈਗੇ ਵੀ ਮੈਂ ਮਤਲਬ ਹੁਣ ਪਰਮਾਤਮਾ ਇੱਕ ਦਾ ਹੀ ਬਣ ਗਿਆ, ਤਾਂ ਕਹਿੰਦੇ ਵੀ ਮੈਨੂੰ ਇਹਦੀ ਕੋਈ ਪਰਵਾਹ ਨਹੀਂ। ਕਹਿੰਦੇ ਵੀ ਮੇਰੇ ਪਿੱਛੇ ਕੋਈ ਮੱਤ ਲੱਗਿਓ, ਹੈ ਨਾ, ਇਹ ਸਮਝ ਕੇ ਵੀ ਕੋਈ ਕਬੀਰ ਠੀਕ ਕੰਮ ਨਹੀਂ ਕਰ ਰਿਹਾ। ਹਮ ਮੰਦੇ ਮੰਦੇ ਮਨ ਮਾਹੀ, ਸਾਜ ਪਾਤ ਕਾਹੂ ਸਿਉ ਨਾਹੀ। ਕਹਿੰਦੇ ਜੇ ਮੈਨੂੰ ਸਾਰੇ ਹੀ ਮਾੜਾ ਸਮਝਦੇ ਨੇ ਵੀ ਇਹ ਵੀ ਕਬੀਰ ਮੈਨੂੰ ਚੰਗਾ ਨਹੀਂ ਸਮਝਦੇ ਸਾਰੇ, ਜਿੱਦਾਂ ਲੋਕ ਸੰਸਾਰ ਦੇ ਸਮਾਜ ਦੇ, ਕਹਿੰਦੇ ਮੈਨੂੰ ਕੋਈ ਆਦਰ ਦਿੰਦਾ ਨਿਰਾਦਰ ਦਿੰਦਾ, ਕਹਿੰਦੇ ਵੀ ਮੈਨੂੰ ਕੋਈ ਫਰਕ ਨਹੀਂ ਹੈਗਾ। ਕਹਿੰਦੇ ਵੀ ਮੈਨੂੰ ਪਰਮਾਤਮਾ ਨੂੰ ਛੱਡ ਕੇ ਵੀ ਮੇਰੀ ਹੋਰ ਕਿਸੇ ਨਾਲ ਸਾਂਝ ਨਹੀਂ ਗੀ। ਪਤ ਅਪਿੱਤਤਾ ਕੀ ਨਹੀਂ ਲਾਜ, ਤਬ ਜਾਨੋਗੇ ਜਬ ਉਗਰੈ ਗੋਪਾਜ। ਕਹਿੰਦੇ ਸੰਸਾਰ ਦੇ ਵਿੱਚ ਸੰਸਾਰੀ ਲੋਕਾਂ ਦੇ ਵਿੱਚ ਇੱਜ਼ਤ ਆ ਜਾਂ ਮਾਣ ਆ, ਕਹਿੰਦੇ ਇਹ ਤਾਂ ਫਿਰ ਜਦੋਂ ਪਾਜ ਉਗੜਦਾ ਨਾ, ਜਿਹੜੇ ਉੱਪਰਲੇ ਵਿਖਾਵੇ ਹੁੰਦੇ ਨੇ, ਫਿਰ ਹੀ ਪਤਾ ਲੱਗਦਾ ਹੁੰਦਾ ਵੀ ਕਿਹਦੀ ਇੱਜ਼ਤ ਹੈ ਕਿਹਦੀ ਨਹੀਂ। ਕਹੋ ਕਬੀਰ ਪਤ ਹਰ ਪਰਵਾਨ, ਸਰਬ ਤਿਆਗ ਭਜ ਕੇਵਲ ਰਾਮ। ਕਬੀਰ ਜੀ ਕਹਿੰਦੇ ਨੇ ਅਸਲੀ ਇੱਜ਼ਤ ਤਾਂ ਉਹਦੀ ਆ ਜਿਹਨੂੰ ਪਰਮਾਤਮਾ ਪ੍ਰਵਾਨ ਕਰ ਲੈਂਦਾ। ਫਿਰ ਕਹਿੰਦੇ ਹੋਰ ਸਾਰੇ ਵਿਖਾਵੇ ਛੱਡ ਕੇ ਸਿਰਫ ਉਸ ਪਰਮਾਤਮਾ ਦਾ ਨਾਮ ਜਪੀਏ, ਇਹ ਕਬੀਰ ਜੀ ਕਹਿੰਦੇ ਨੇ। ਗੌੜੀ ਕਬੀਰ ਜੀ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਕਹਿੰਦੇ ਜਿਸ ਤਰ੍ਹਾਂ ਹੁੰਦਾ ਨਾ ਕਿ ਅਲੱਗ-ਅਲੱਗ ਕੋਈ ਜੋਗੀ ਅਲੱਗ ਤਰ੍ਹਾਂ ਫਿਰਦੇ ਨੇ, ਉਹ ਫਿਰ ਕਹਿੰਦੇ ਨੇ ਅਸੀਂ ਇਸ ਤਰ੍ਹਾਂ ਸ਼ਾਇਦ ਪਰਮਾਤਮਾ ਨੂੰ ਪਾ ਲਈਏ, ਇਸ ਤਰ੍ਹਾਂ ਮਤਲਬ ਉਹ ਉਦਾਹਰਨਾਂ ਦਿੰਦੇ ਨੇ। ਕਹਿੰਦੇ ਵੀ ਜੇ ਨੰਗੇ ਰਹਿਣ ਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ, ਤਾਂ ਫਿਰ ਕਹਿੰਦੇ ਵੀ ਜੰਗਲ ਦੇ ਵਿੱਚ ਜਿਹੜੇ ਹਿਰਨ ਨੇ ਉਹ ਤਾਂ ਫਿਰ ਸਾਰੇ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ, ਵੀ ਉਹ ਤਾਂ ਉਵੇਂ ਹੀ ਫਿਰਦੇ ਨੇ। ਕਿਆ ਨਾਂਗੇ ਕਿਆ ਬਾਦੇ ਚਾਮ, ਜਬ ਨਹੀਂ ਚੀਨਸ ਆਤਮ ਰਾਮ ਰਹਾਓ। ਕਹਿੰਦੇ ਜੇ ਕੋਈ ਨੰਗਾ ਫਿਰ ਰਿਹਾ ਜਾਂ ਕਿਸੇ ਨੇ ਕਹਿੰਦੇ ਵੀ ਉੱਪਰ ਆਪਣੇ ਕੱਪੜੇ ਪਾਏ ਹੋਏ ਨੇ ਮ੍ਰਿਗਸ਼ਾਲਾ ਵਗੈਰਾ, ਕਹਿੰਦੇ ਵੀ ਕੋਈ ਵੀ ਆ ਚਾਹੇ, ਜਦੋਂ ਤੱਕ ਕਹਿੰਦੇ ਕਿਸੇ ਨੇ ਆਪਣੇ ਅੰਤਰ ਆਤਮੇ ਪਰਮਾਤਮਾ ਨਾਲ ਜਾਣ ਪਛਾਣ ਨਹੀਂ ਪਾ ਲਈ, ਫਿਰ ਕਹਿੰਦੇ ਭੇਖ ਸਾਡਾ ਕੀ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇੜ ਨ ਗਈਆ ਕਾਈ। ਕਹਿੰਦੇ ਜੇ ਸਿਰ ਦੇ ਵਾਲ ਮਨਾਉਣ ਦੇ ਨਾਲ ਹੀ ਮੁਕਤੀ ਮਿਲਦੀ, ਕਹਿੰਦੇ ਵੀ ਜਿਹੜੀਆਂ ਭੇਡਾਂ ਨੇ ਵੀ ਇਹਨਾਂ ਨੂੰ ਵੀ ਮੁਕਤੀ ਫਿਰ ਹੋ ਜਾਂਦੀ।
ਬਿੰਦ ਰਾਖ ਜੋ ਤਰੀਐ ਪਾਈ, ਖੁਸਰੈ ਕਿਉਂ ਨਾ ਪਰਮ ਗਤ ਪਾਈ। ਜੇ ਕਹਿੰਦੇ ਵੀ ਬਾਲ ਜਤੀ ਰਹਿਣ ਦੇ ਨਾਲ ਪਰਮਾਤਮਾ ਮਿਲਦਾ ਹੁੰਦਾ, ਫਿਰ ਤਾਂ ਕਹਿੰਦੇ ਵੀ ਖੁਸਰਿਆਂ ਨੂੰ ਵੀ ਪਰਮ ਗਤੀ ਮਿਲ ਜਾਣੀ ਚਾਹੀਦੀ ਸੀਗੀ। ਕਹੋ ਕਬੀਰ ਸੁਨੋ ਨਰ ਪਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਕਹਿੰਦੇ ਹੇ ਭਰਾਵੋ ਸੁਣੋ, ਪਰਮਾਤਮਾ ਦਾ ਨਾਮ ਲੈਣ ਤੋਂ ਬਿਨਾਂ ਕਿਹਨੇ ਗਤੀ ਪਾਈ ਆ? ਕਿਸੇ ਨੇ ਵੀ ਨਹੀਂ ਪਾਈ। ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸਨਾਨ ਕਰਾਹੀ, ਜਿਉ ਪੈ ਦਾਦਰ ਪਾਣੀ ਮਾਹੀ। ਕਹਿੰਦੇ ਜੇ ਕੋਈ ਇਨਸਾਨ ਸੋਚੇ ਵੀ ਮੈਂ ਸਵੇਰੇ ਸ਼ਾਮ ਇਸ਼ਨਾਨ ਕਰਦਾ ਵੀ ਸ਼ਾਇਦ ਇਸ ਤਰ੍ਹਾਂ ਹੀ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਆ, ਫਿਰ ਕਹਿੰਦੇ ਭਾਈ ਡੱਡੂ ਤਾਂ ਰਹਿੰਦਾ ਹੀ ਪਾਣੀ 'ਚ ਆ, ਵੀ ਉਹਨੂੰ ਤਾਂ ਫਿਰ ਪ੍ਰਾਪਤੀ ਹੋ ਜਾਣੀ ਚਾਹੀਦੀ ਆ। ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਹੀ ਰਹਾਓ। ਕਹਿੰਦੇ ਭਾਈ ਜਿਸ ਨੂੰ ਵੀ ਪਰਮਾਤਮਾ ਦੇ ਨਾਮ ਦਾ ਰੰਗ ਨਹੀਂ ਚੜਿਆ, ਉਹ ਸਾਰੇ ਧਰਮ ਰਾਜ ਵੱਲ ਹੀ ਜਾਂਦੇ ਨੇ। ਕਾਇਆ ਰਤ ਬਹੁ ਰੂਪ ਰਚਾਹੀ, ਤਿਨ ਕੋ ਦਿਆ ਸੁਪਨੈ ਪੀ ਨਾਹੀ। ਕਹਿੰਦੇ ਕਈ ਜੀਵ, ਕਈ ਮਤਲਬ ਜਿਹੜੇ ਹੈਗੇ ਨੇ ਮਨੁੱਖ, ਉਹ ਕਈ ਤਰ੍ਹਾਂ ਦੇ ਆਪਣੇ ਭੇਖ ਬਣਾਉਂਦੇ ਨੇ, ਪਰ ਕਹਿੰਦੇ ਉੱਪਰੋਂ ਮਤਲਬ ਧਾਰਮਿਕ ਬਣਨ ਦੇ ਪਖੰਡ ਕਰਦੇ ਨੇ, ਪਰ ਕਹਿੰਦੇ ਅੰਦਰੋਂ ਤਾਂ ਮਤਲਬ ਕਹਿੰਦੇ ਸੁਪਨੇ 'ਚ ਵੀ ਉਹਨਾਂ ਨੂੰ ਕਿਸੇ 'ਤੇ ਦਇਆ ਨਹੀਂ ਆਉਂਦੀ ਹੈਗੀ। ਚਾਰ ਚਰਨ ਕਹਿ ਬਹੁ ਆਗਰ, ਸਾਧੂ ਸੁਖ ਪਾਵੈ ਕਲ ਸਾਗਰ। ਕਹਿੰਦੇ ਉਹਨਾਂ ਨੂੰ ਫਿਰ ਜਿਹੜੇ ਇਸ ਤਰ੍ਹਾਂ ਦੇ ਨੇ ਨਾ, ਸਿਰਫ ਪਖੰਡ ਕਰਦੇ ਨੇ, ਅੰਦਰੋਂ ਪਰਮਾਤਮਾ ਦੇ ਨਾਮ 'ਚ ਨਹੀਂ ਰੰਗੇ ਹੋਏ, ਉਹਨਾਂ ਨੂੰ ਫਿਰ ਕਹਿੰਦੇ ਚਾਰ ਪੈਰਾਂ ਵਾਲੇ ਕਹਿੰਦੇ ਪਸ਼ੂ ਕਿਹਾ ਜਾਂਦਾ। ਕਹਿੰਦੇ ਇਸ ਸੰਸਾਰ ਦੇ ਵਿੱਚ ਸੁੱਖ ਉਹੀ ਪਾ ਸਕਦਾ ਜਿਹਨੇ ਆਪਣੇ ਮਨ ਨੂੰ ਸਾਧਿਆ। ਸਾਧੂ ਕੌਣ ਹੁੰਦਾ? ਜਿਹਨੇ ਆਪਣੇ ਮਨ ਨੂੰ ਸਾਧ ਲਿਆ ਵਿਕਾਰਾਂ ਵੱਲੋਂ, ਮਾਇਆ ਵੱਲੋਂ। ਕਹੋ ਕਬੀਰ ਬਹੁ ਕਾਏ ਕਰੀਜੈ, ਸਰਬਸ ਛੋੜ ਮਹਾ ਰਸ ਪੀਜੈ। ਕਬੀਰ ਜੀ ਕਹਿੰਦੇ ਭਾਈ ਹੋਰ ਕਿਉਂ ਅਲੱਗ-ਅਲੱਗ ਤਰ੍ਹਾਂ ਦੇ ਧਾਰਮਿਕ ਕਰਮਾਂ 'ਚ ਪਏ ਹੋ? ਸਾਰੇ ਕੰਮ ਛੱਡ ਕੇ ਉਸ ਪਰਮਾਤਮਾ ਦਾ ਨਾਮ ਜਪੋ, ਉਹਦਾ ਨਾਮ ਰਸ ਪੀਓ। ਕਬੀਰ ਜੀ ਗੌੜੀ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੈ ਹਿਰਦੇ ਭਾਉ ਹੈ ਦੂਜਾ। ਕਹਿੰਦੇ ਕਿਸੇ ਦਾ ਕੀਤਾ ਹੋਇਆ ਜਪ ਤਪ, ਹੋਰ ਵਰਤ ਰੱਖੇ, ਪੂਜਾ, ਕਹਿੰਦੇ ਇਹ ਕਿਸ ਕੰਮ ਹੈ ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਛੱਡ ਕੇ ਹੋਰ ਚੀਜ਼ਾਂ ਨਾਲ ਪਿਆਰ ਹੈ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰਭੁਜ ਪਾਈਐ ਰਹਾਓ। ਕਹਿੰਦੇ ਹੇ ਜੀਵ ਆਪਣਾ ਮਨ ਉਸ ਪਰਮਾਤਮਾ ਨਾਲ ਜੋੜ, ਹੋਰ ਕਿਸੇ ਵੀ ਸਿਆਣਪਾਂ ਚਤੁਰਾਈਆਂ ਦੇ ਨਾਲ ਪਰਮਾਤਮਾ ਨਹੀਂ ਪਾਇਆ ਜਾ ਸਕਦਾ, ਉਹ ਤੇ ਪ੍ਰੇਮ ਨਾਲ ਹੀ ਪਾਇਆ ਜਾ ਸਕਦਾ। ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਕਹਿੰਦੇ ਲੋਭ, ਹੋਰ ਵਿਖਾਵਾ, ਕਾਮ ਕ੍ਰੋਧ ਹੰਕਾਰ, ਇਹ ਸਭ ਛੱਡ ਦਿਓ। ਕਰਮ ਕਰਤ ਬੱਧੇ ਅਹਮੇਵ, ਮਿਲ ਪਾਥਰ ਕੀ ਕਰਹੀ ਸੇਵ। ਕਹਿੰਦੇ ਜੀਵ ਰਲ ਕੇ ਪੱਥਰਾਂ ਦੀ ਪੂਜਾ ਕਰਦੇ ਨੇ, ਕਹਿੰਦੇ ਹੋਰ ਧਾਰਮਿਕ ਕੰਮ ਕਰਦੇ ਨੇ, ਉਹਨਾਂ ਦੇ ਨਾਲ ਸਗੋਂ ਹੋਰ ਹੰਕਾਰ ਵਿੱਚ ਆ ਜਾਂਦੇ ਨੇ ਵੀ ਅਸੀਂ ਪਤਾ ਨਹੀਂ ਇਹ ਕੋਈ ਬਹੁਤ ਚੰਗੇ ਕੰਮ ਕਰ ਲਏ ਨੇ, ਅਤੇ ਉਹਦੇ ਨਾਲ ਹੋਰ ਅੰਦਰਲਾ ਹੰਕਾਰ ਵੱਧ ਜਾਂਦਾ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਘੁਰਾਇਆ। ਕਬੀਰ ਜੀ ਕਹਿੰਦੇ ਨੇ ਉਹ ਪਰਮਾਤਮਾ ਤਾਂ ਭੋਲੇ ਭਾ ਉਹਦੀ ਭਗਤੀ ਕੀਤਿਆਂ ਮਿਲਦਾ, ਕਹਿੰਦੇ ਹੋਰ ਕਿਸੇ ਤਰੀਕੇ ਨਾਲ ਨਹੀਂ। ਗੌੜੀ ਕਬੀਰ ਜੀ ਗਰਭ ਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ।
ਕਹਿੰਦੇ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਹੁੰਦਾ, ਕਹਿੰਦੇ ਫਿਰ ਉਹਦੀ ਕੋਈ ਉਸ ਸਮੇਂ ਕੁੱਲ ਤਾਂ ਨਹੀਂ ਹੁੰਦੀ, ਉਹਨੂੰ ਪਤਾ ਤਾਂ ਨਹੀਂ ਹੁੰਦਾ ਵੀ ਮੇਰੀ ਕਿਹੜੀ ਜਾਤ ਆ, ਕਿਹੜੀ ਕੁੱਲ ਆ। ਕਹਿੰਦੇ ਸਾਰੇ ਅਸੀਂ ਉਸ ਇੱਕ ਪਰਮਾਤਮਾ ਦੀ ਅੰਸ਼ ਤੋਂ ਪੈਦਾ ਹੋਏ ਆ। ਕਹੋ ਰੇ ਪੰਡਿਤ ਬਾਮਨ ਕਬ ਕੇ ਹੋਏ, ਬਾਮਨ ਕਹਿ ਕਹਿ ਜਨਮ ਮਤ ਖੋਏ ਰਹਾਓ। ਫਿਰ ਕਿਸੇ ਬ੍ਰਾਹਮਣ ਨੂੰ ਸਮਝਾ ਰਹੇ ਨੇ, ਕਹਿੰਦੇ ਵੀ ਇਹ ਦੱਸੋ ਵੀ ਬ੍ਰਾਹਮਣ ਕਦੋਂ ਤੋਂ ਹੋ ਗਏ। ਵੀ ਜਦੋਂ ਮਾਤਾ ਦੇ ਗਰਭ ਵਿੱਚ ਹੁੰਦਾ ਉਦੋਂ ਤੇ ਬੱਚੇ ਦੀ ਕੋਈ ਕੁੱਲ ਜਾਂ ਜਾਤ ਬੱਚੇ ਨੂੰ ਵੀ ਨਹੀਂ ਪਤਾ ਹੁੰਦੀ ਹੈਗੀ, ਤੇ ਸਾਰੇ ਹੈ ਰਾਮ ਦੀ ਅੰਸ਼ਾਂ। ਫਿਰ ਬ੍ਰਾਹਮਣ ਤੁਸੀਂ ਕਦੋਂ ਤੋਂ ਬਣ ਗਏ ਮਤਲਬ। ਫਿਰ ਕਹਿੰਦੇ ਵੀ ਤੁਸੀਂ ਇਹ ਆਪਣੇ ਆਪ ਨੂੰ ਬ੍ਰਾਹਮਣ ਕਹਿ ਕੇ ਜਿਹੜਾ ਇਹ ਮਨੁੱਖਾ ਜਨਮ ਆ ਉਹਦੀ ਭਗਤੀ ਤੋਂ ਬਿਨਾਂ ਵਿਅਰਥ ਵਿੱਚ ਗਵਾ ਰਹੇ ਹੋ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਬ੍ਰਾਹਮਣਾਂ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਵੀ ਬ੍ਰਹਮਾ ਦੇ ਮੁਖ ਤੋਂ ਬ੍ਰਾਹਮਣ ਦਾ ਜਨਮ ਹੁੰਦਾ। ਫਿਰ ਕਹਿੰਦੇ ਵੀ ਜੇ ਤੁਸੀਂ ਆਪਣੇ ਆਪ ਨੂੰ ਬ੍ਰਾਹਮਣ ਕਹਿੰਦੇ ਹੋ ਵੀ ਮੈਂ ਬ੍ਰਾਹਮਣੀ ਦਾ ਜਾਇਆ, ਪਰ ਤੁਹਾਡਾ ਜਨਮ ਤਾਂ ਦੂਸਰੇ ਲੋਕਾਂ ਵਾਂਗ ਹੀ ਹੋਇਆ, ਵੀ ਤੁਸੀਂ ਕਿਹੜਾ ਹੋਰ ਰਸਤੇ ਤੋਂ ਸੰਸਾਰ ਵਿੱਚ ਆ ਗਏ ਵੀ ਤਾਂ ਤੁਹਾਨੂੰ ਬ੍ਰਾਹਮਣ ਕਿਹਾ ਜਾਏ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਹਿੰਦੇ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿ ਰਿਹਾ, ਸਾਨੂੰ ਸ਼ੂਦ ਕਹਿ ਰਿਹਾ। ਕਹਿੰਦੇ ਵੀ ਇਹ ਵੀ ਤੇਰੇ 'ਚ ਇੱਦਾਂ ਹੈਗੇ ਵੀ ਤੇਰੀਆਂ ਨਾੜਾਂ 'ਚ ਦੁੱਧ ਵਗਦਾ ਤੇ ਸਾਡੀਆਂ ਨਾੜਾਂ ਦੇ ਵਿੱਚ ਲਹੂ ਵਗਦਾ। ਜੇ ਸਾਡੇ ਸਰੀਰ ਵਿੱਚ ਲਹੂ ਆ ਤਾਂ ਤੇਰੇ ਵਿੱਚ ਵੀ ਲਹੂ ਹੀ ਵਗ ਰਿਹਾ, ਵੀ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਿਵੇਂ ਸਮਝ ਰਿਹਾ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਕਹਿੰਦੇ ਅਸੀਂ ਤਾਂ ਬ੍ਰਾਹਮਣ ਉਹਨੂੰ ਕਹਿੰਦੇ ਆ ਜੋ ਬ੍ਰਹਮ ਦੀ ਵਿਚਾਰ ਕਰਦਾ। ਬ੍ਰਹਮ ਇੱਥੇ ਪਰਮਾਤਮਾ ਨੂੰ ਕਿਹਾ ਗਿਆ, ਜੋ ਕਹਿੰਦੇ ਪਰਮਾਤਮਾ ਨਾਲ ਸਾਂਝ ਪਾਉਂਦਾ, ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਆ। ਇਹ ਨਹੀਂ ਬ੍ਰਾਹਮਣ ਕਹਿੰਦੇ ਕਿ ਵੀ ਬ੍ਰਾਹਮਣ ਇੱਕ ਮਤਲਬ ਇੱਕ ਤਰ੍ਹਾਂ ਦੀ ਜਿੱਦਾਂ ਜਾਤ ਹੀ ਬ੍ਰਾਹਮਣ ਆ। ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਜੋ ਪਰਮਾਤਮਾ ਨਾਲ ਸਾਂਝ ਪਾਉਂਦਾ ਉਹੀ ਬ੍ਰਾਹਮਣ ਅਖਵਾਉਂਦਾ। ਗੌੜੀ ਕਬੀਰ ਜੀ ਅੰਧਕਾਰ ਸੁਖ ਕਭੈ ਨ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਕਹਿੰਦੇ ਜਦੋਂ ਤੱਕ ਜੀਵ ਨੂੰ ਪਰਮਾਤਮਾ ਬਾਰੇ ਨਹੀਂ ਪਤਾ ਲੱਗਦਾ, ਮਾਇਆ ਦੇ ਵਿੱਚ ਹੀ ਗਲਤਾਨ ਆ, ਉਦੋਂ ਤੱਕ ਕਿਸੇ ਜੀਵ ਨੂੰ ਸੁੱਖ ਨਹੀਂ ਹੁੰਦਾ। ਚਾਹੇ ਉਹ ਅਮੀਰ ਆ, ਚਾਹੇ ਉਹ ਗਰੀਬ ਆ, ਚਾਹੇ ਰਾਜਾ, ਚਾਹੇ ਰੰਕ ਆ, ਦੋਨੋਂ ਹੀ ਕਹਿੰਦੇ ਜੀਵਨ ਦੇ ਵਿੱਚ ਸੁਖੀ ਨਹੀਂ ਰਹਿੰਦੇ ਹੈਗੇ ਜਦੋਂ ਤੱਕ ਪਰਮਾਤਮਾ ਦੇ ਬਾਰੇ ਸੋਝੀ ਨਹੀਂ ਗਈ ਤੇ ਮਾਇਆ ਦੀ ਅਗਿਆਨਤਾ। ਜੋ ਪੈ ਰਸਨਾ ਰਾਮ ਨ ਕਹਿਬੋ, ਉਪਜਤ ਬਿਨ ਸਤ ਰੋਵਤ ਰਹਿਬੋ ਰਹਾਓ। ਕਹਿੰਦੇ ਭਾਈ ਜਦੋਂ ਤੱਕ ਤੁਹਾਡੀ ਰਸਨਾ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਦੋਂ ਤੱਕ ਤੁਹਾਨੂੰ ਇਹ ਜਨਮ ਮਰਨ ਦਾ ਚੱਕਰ ਬਣਿਆ ਰਹਿਣਾ, ਦੁਬਾਰਾ ਜਨਮ ਹੁੰਦੇ ਰਹਿਣੇ ਨੇ। ਜਸ ਦੇਖੀਐ ਤਰਵਰ ਕੀ ਛਾਇਆ, ਪ੍ਰਾਣ ਗਏ ਕਹੋ ਕਾਂ ਕੀ ਮਾਇਆ। ਕਹਿੰਦੇ ਭਾਈ ਇਹ ਮਾਇਆ ਦਾ ਪਿਆਰ ਤਾਂ ਇਸ ਤਰ੍ਹਾਂ ਜਿਵੇਂ ਰੁੱਖ ਦੀ ਛਾਂ। ਕਹਿੰਦੇ ਰੁੱਖ ਦੀ ਛਾਂ ਦਾ ਐਤਵਾਰ ਨਹੀਂ। ਕਹਿੰਦੇ ਮਾਇਆ ਤੁਸੀਂ ਬੰਦੇ ਦਾ ਸਾਹ ਗਿਆ, ਮੌਤ ਹੋਈ ਤਾਂ ਮਾਇਆ ਕਿਸੇ ਹੋਰ ਦੀ ਹੋ ਗਈ, ਫਿਰ ਮਾਇਆ ਦਾ ਕੀ ਵਿਸਾਹ ਹੋਇਆ। ਜਿਹਦੇ ਲਈ ਬੰਦਾ ਆਪਣੇ ਇੰਨਾ ਸਾਰੀ ਜ਼ਿੰਦਗੀ ਮਾਇਆ ਦੇ ਪਿੱਛੇ ਭੱਜਦਾ, ਉਹਦਾ ਵਿਸਾਹ ਕੀ ਹੋਇਆ। ਕਹਿੰਦੇ ਰੁੱਖ ਦੀ ਛਾਂ ਵਾਂਗ। ਜਸ ਜੰਤੀ ਮਹਿ ਜਿਉ ਸਮਾਨਾ, ਮੂਏ ਮਰਮ ਕੋ ਕਾ ਕਰ ਜਾਨਾ। ਕਹਿੰਦੇ ਜਦੋਂ ਕੋਈ ਜੀਵ ਕੋਈ ਬਾਜਾ ਬਾਂਸਰੀ ਕੋਈ ਵੀ ਚੀਜ਼ ਵਜਾਉਂਦਾ ਹੈ, ਉਦੋਂ ਤੱਕ ਉਹ ਵੱਜਦੀ ਹੈ। ਜਦੋਂ ਉਹ ਵਿੱਚ ਸਾਹ ਨਹੀਂ ਪਾਉਂਦਾ, ਹਵਾ ਨਹੀਂ ਭਰਦਾ, ਵਜਾਉਣ ਤੋਂ ਹਟ ਜਾਂਦਾ, ਫਿਰ ਕਹਿੰਦੇ ਜਿਹੜੀ ਉਹ 'ਚੋਂ ਆਵਾਜ਼ ਨਿਕਲਦੀ ਆ ਉਹ ਕਿੱਥੇ ਚਲੀ ਗਈ। ਇਸ ਤਰ੍ਹਾਂ ਹੀ ਕਹਿੰਦੇ ਵੀ ਜੀਵ ਦਾ ਜਦੋਂ ਅੰਦਰੋਂ ਸਾਡੇ ਸਾਹ ਨਿਕਲ ਜਾਂਦਾ, ਇਹਦੇ ਬਾਰੇ ਕਿਸੇ ਨੂੰ ਕੋਈ ਭੇਦ ਨਹੀਂ ਵੀ ਕਿੱਥੇ ਚਲੇ ਜਾਂਦਾ ਜੀਵ। ਹੰਸਾ ਸਰਵਰ ਕਾਲ ਸਰੀਰ, ਰਾਮ ਰਸਾਇਣ ਪੀਓ ਰੇ ਕਬੀਰ। ਕਹਿੰਦੇ ਜਿਸ ਤਰ੍ਹਾਂ ਹੰਸ ਨੇ ਉਹ ਸਰੋਵਰ ਦੇ ਕੋਲ ਹੀ ਰਹਿੰਦੇ ਨੇ,
ਇਸ ਤਰ੍ਹਾਂ ਹੀ ਕਹਿੰਦੇ ਜਿਹੜੀ ਮੌਤ ਆ ਨਾ ਉਹ ਸਾਡੇ ਸਰੀਰ ਦੇ ਨਾਲ ਹੀ ਰਹਿੰਦੀ ਆ। ਫਿਰ ਕਹਿੰਦੇ ਵੀ ਇਸ ਤੋਂ ਜੇ ਅਸੀਂ ਇਸ ਡਰ ਨੂੰ ਚੁੱਕਣਾ ਹੈ ਮੌਤ ਦੇ ਨੂੰ, ਫਿਰ ਕਹਿੰਦੇ ਭਾਈ ਪਰਮਾਤਮਾ ਦਾ ਨਾਮ ਜਪੋ, ਉਹਦਾ ਨਾਮ ਰਸ ਪੀਓ। ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ, ਤਿਤ ਲਾਗੇ ਕੰਚੂਆ ਫਲ ਮੋਤੀ। ਕਹਿੰਦੇ ਜਿਸ ਤਰ੍ਹਾਂ ਪਰਮਾਤਮਾ ਦੀ ਜੋਤ ਤੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਆ। ਫਿਰ ਕਹਿੰਦੇ ਪਰਮਾਤਮਾ ਨੇ ਸਾਨੂੰ ਜੋਤੀ ਦਿੱਤੀ ਆ, ਬੁੱਧੀ ਦਿੱਤੀ ਆ। ਕਹਿੰਦੇ ਉਸ ਬੁੱਧੀ ਨੂੰ ਕਹਿੰਦੇ ਦੋ ਤਰ੍ਹਾਂ ਦੇ ਫਲ ਲੱਗੇ ਨੇ, ਗੁਣ ਔਗਣ। ਕੋਈ ਗੁਣ ਕਿਸੇ ਵਿੱਚ ਗੁਣ ਨੇ, ਕਿਸੇ ਵਿੱਚ ਔਗਣ ਨੇ। ਕਹਿੰਦੇ ਪਰ ਕਹਿੰਦੇ ਇਹ ਦੋਨੋਂ ਹੀ ਚਾਹੇ ਗੁਣ ਨੇ ਚਾਹੇ ਔਗਣ ਨੇ, ਇਹਨਾਂ ਦੇ ਨਾਲ ਅਸੀਂ ਪਰਮਾਤਮਾ ਦੀ ਪ੍ਰਾਪਤੀ ਜਦੋਂ ਕਰਨੀ ਆ ਤਾਂ ਇਹਨਾਂ ਦੋਨਾਂ ਤੋਂ ਉੱਪਰ ਉੱਠ ਕੇ ਉਹਦਾ ਨਾਂ ਲੈਣਾ। ਕਵਨ ਸੋ ਘਰ ਜੋ ਨਿਰਭਉ ਕਹੀਐ, ਭਉ ਭਜ ਜਾਏ ਅਬੈ ਹੋਏ ਰਹੀਐ ਰਹਾਓ। ਫਿਰ ਕਹਿੰਦੇ ਉਹ ਜਗ੍ਹਾ ਅਸੀਂ ਕਿਹੜੀ ਕਹਿ ਸਕਦੇ ਹਾਂ ਵੀ ਜਿੱਥੇ ਅਸੀਂ ਡਰ ਤੋਂ ਬਿਨਾਂ ਰਹਿ ਸਕੀਏ, ਉਹ ਕਿਹੜੀ ਜਗ੍ਹਾ ਕਹਿੰਦੇ। ਫਿਰ ਕਹਿੰਦੇ ਭਉ ਭਜ ਜਾਏ ਅਬੈ ਹੋਏ ਰਹੀਏ। ਉਹ ਕਹਿੰਦੇ ਉਹੀ ਆ ਜਦੋਂ ਅਸੀਂ ਉਸ ਪਰਮਾਤਮਾ ਦਾ ਨਾਂ ਜਪੀਏ ਜੋ ਆਪ ਨਿਰਭੈ ਹੈ। ਕਹਿੰਦੇ ਉਹਦਾ ਜਦੋਂ ਸਾਨੂੰ ਕਹਿੰਦੇ ਨੇ ਨਿਰਮਲ ਭਉ ਉਹਦਾ ਆ ਗਿਆ ਅਤੇ ਅਸੀਂ ਉਹਦੇ ਡਰ ਅਦਬ ਦੇ ਵਿੱਚ ਉਹਦਾ ਨਾਮ ਜਪਿਆ, ਫਿਰ ਅਸੀਂ ਨਿਰਭੈ ਹੋ ਜਾਂਦੇ ਹਾਂ। ਤਠ ਤੀਰਥ ਨਹੀਂ ਮਨ ਪਤੀ ਆਏ, ਚਾਰ ਅਚਾਰ ਰਹੇ ਉਰ ਜਾਏ। ਕਹਿੰਦੇ ਜੇ ਕੋਈ ਜਾ ਕੇ ਤੀਰਥਾਂ 'ਤੇ ਵੀ ਵਾਸਾ ਕਰ ਲੈਂਦਾ, ਫਿਰ ਵੀ ਉਹਦਾ ਮਨ ਕਹਿੰਦੇ ਪਰਮਾਤਮਾ ਵੱਲ ਨਹੀਂ ਪਰਤਦਾ। ਜੇ ਕੋਈ ਕਹਿੰਦੇ ਚਾਰ ਵੇਦਾਂ ਦਾ ਪਾਠ ਵੀ ਕਰਦਾ, ਉਹ ਸਿਰਫ ਪਾਠ ਹੀ ਕਰ ਰਿਹਾ, ਫਿਰ ਵੀ ਉਹਦਾ ਮਨ ਪਰਮਾਤਮਾ ਵੱਲ ਨਹੀਂ ਮੁੜਦਾ। ਪਾਪ ਪੁੰਨ ਦੋਇ ਏਕ ਸਮਾਨ, ਨਿਜ ਕਰ ਪਾਰਸ ਤਜੋ ਗੁਣ ਆਨ। ਫਿਰ ਕਹਿੰਦੇ ਜੀਵ ਪਾਪ ਅਤੇ ਪੁੰਨ ਦੀ ਵਿਚਾਰ ਕਰਦੇ ਨੇ। ਪਾਪ ਅਤੇ ਪੁੰਨ ਵੀ ਕਹਿੰਦੇ ਇੱਕ ਤਰ੍ਹਾਂ ਨੇ, ਦੋਨਾਂ ਦੇ ਨਾਲ ਹੀ ਕਹਿੰਦੇ ਜੀਵ ਦੇ ਵਿੱਚ ਹੰਕਾਰ ਵੱਧ ਜਾਂਦਾ ਜਾਂ ਹਉਮੈ ਵੱਧ ਜਾਂਦੀ ਆ, ਜਾਂ ਦੂਜੇ ਪਾਸੇ ਪਾਪ ਕਰਦਾ ਵਿਕਾਰੀ ਬਣ ਜਾਂਦਾ। ਫਿਰ ਕਹਿੰਦੇ ਇਹ ਸਾਰਾ ਕੁਛ ਹੀ ਛੱਡ ਕੇ ਤਜੋ ਗੁਣ ਆਨ, ਸਾਵਾ ਪਾਪ ਪੁੰਨ ਸਭ ਦੀ ਵਿਚਾਰ ਛੱਡ ਕੇ ਉਹ ਪਾਰਸ ਜੋ ਤੁਹਾਡੇ ਅੰਦਰ ਬੈਠਾ ਹੈ ਕਹਿੰਦੇ ਉਹਦੀ ਬੰਦਗੀ ਕਰੋ। ਕਬੀਰ ਨਿਰਗੁਣ ਨਾਮ ਨ ਰੋਸ, ਇਸ ਪਰਚਾਏ ਪਰਚ ਰਹੋ ਏਸ। ਕਹਿੰਦੇ ਉਹ ਪਰਮਾਤਮਾ ਜਿਹਨੂੰ ਕੋਈ ਵਾਸ਼ਨਾ ਨਹੀਂ ਹੈਗੀ, ਕਹਿੰਦੇ ਉਹਦੇ ਨਾਮ ਨਾਲ ਕੋਈ ਰੋਸਾ ਨਾ ਕਰੋ। ਜੇ ਕਹਿੰਦੇ ਤੁਸੀਂ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਪਰਚ ਰਹੋਗੇ ਤਾਂ ਤੁਸੀਂ ਆਪਣੇ ਅੰਦਰ ਵੀ ਪਰਚ ਰਹੋਗੇ, ਤੁਸੀਂ ਆਪਣੇ ਮਨ ਦੇ ਵਿੱਚ ਆਨੰਦਿਤ ਰਹੋਗੇ। ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ, ਬਾਤ ਨਹੀਂ ਬੈਕੁੰਠ ਸਮਾਨਾ। ਨਾ ਜਾਨਾ ਬੈਕੁੰਠ ਕਹਾਹੀ, ਜਾਨ ਜਾਨ ਸਭ ਕਹੇ ਤਹਾਹੀ ਰਹਾਓ। ਕਹਿੰਦੇ ਕਈ ਜਿਸ ਤਰ੍ਹਾਂ ਜੀਵ ਗੱਲਾਂ ਕਰਦੇ ਨੇ, ਸਿਰਫ ਗੱਲਾਂ ਦੇ ਨਾਲ ਹੀ ਸਵਰਗ ਦੇ ਵਿੱਚ ਪਹੁੰਚਦੇ ਨੇ। ਕਹਿੰਦੇ ਜਿਹਨੇ ਉਹ ਪਰਮਾਤਮਾ ਜਿਹਦੀ ਕੋਈ ਅਸੀਂ ਮਿੱਤ ਨਹੀਂ ਜਾਣਦੇ, ਜਿਹਦੀ ਕੋਈ ਅਸੀਂ ਜਾਣਦੇ ਨਹੀਂ ਕਿ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ, ਉਹ ਪਰਮਾਤਮਾ ਜਿਹਦਾ ਅਸੀਂ ਸਰੂਪ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ। ਕਹਿੰਦੇ ਉਹਦੀਆਂ ਸਿਰਫ ਗੱਲਾਂ ਕਰਕੇ ਹੀ ਜੀਵ ਕਹਿ ਦਿੰਦਾ ਵੀ ਆਹ ਬੈਕੁੰਠ ਆ, ਆਹ ਸਵਰਗ ਆ। ਕਹਿੰਦੇ ਗੱਲਾਂ ਕਰਿਆਂ ਹੀ ਸਵਰਗ ਦਾ ਨਹੀਂ ਪਤਾ ਲੱਗਦਾ ਕਿ ਸਵਰਗ ਕਿੱਥੇ ਹੈਗਾ। ਕਹਿੰਦੇ ਇਹ ਸਵਰਗ ਉਹਨੂੰ ਹੀ ਪਤਾ ਲੱਗਦਾ ਜਿਹੜੇ ਉਸ ਸਵਰਗ ਵਿੱਚ ਪਹੁੰਚ ਜਾਂਦਾ। ਹਾਂਜੀ ਸੰਗਤ ਜੀ, ਜਿਸ ਤਰ੍ਹਾਂ ਨਰਕ ਅਤੇ ਸਵਰਗ ਦੀ ਬਹੁਤ ਤਰ੍ਹਾਂ ਵਿਚਾਰ ਆਉਂਦੀ ਰਹਿੰਦੀ ਆ। ਹੁਣ ਇਹ ਅਸਲ ਦੇ ਵਿੱਚ ਪਰਮਾਤਮਾ ਜਾਣੇ। ਜਿਸ ਤਰ੍ਹਾਂ ਇਹ ਵੀ ਕਿਹਾ ਜਾਂਦਾ ਕਿ ਨਰਕ ਦੁੱਖ ਆ ਅਤੇ ਸਵਰਗ ਸੁੱਖ ਆ।
ਤੇ ਜੇ ਸਾਨੂੰ ਜ਼ਿੰਦਗੀ ਦੇ ਵਿੱਚ ਅਸੀਂ ਸੁੱਖ ਵਿੱਚ ਹਾਂ, ਅਸੀਂ ਕਹਿੰਦੇ ਹਾਂ ਸਵਰਗ ਆ। ਜੇ ਅਸੀਂ ਦੁੱਖ ਵਿੱਚ ਹਾਂ, ਅਸੀਂ ਕਹਿੰਦੇ ਹਾਂ ਨਰਕ ਆ। ਇਹ ਜਿਹੜੇ ਨਰਕ ਸਵਰਗ ਨੇ, ਇਹਨਾਂ ਦੋਨਾਂ ਤੋਂ ਹੀ ਜਦੋਂ ਉੱਪਰ ਉੱਠ ਜਾਂਦਾ ਜੀਵ, ਉਹ ਪਰਮਾਤਮਾ 'ਚ ਸਮਾਈ ਆ। ਇਹ ਆ ਸਾਡੇ ਅੰਦਰ ਹੀ ਇੱਦਾਂ ਦੀ ਇੱਕ ਮਤਲਬ ਜਗ੍ਹਾ ਹੈਗੀ ਆ, ਜਿੱਥੇ ਸਾਡਾ ਮਨ ਪਤੀਜ ਜਾਂਦਾ, ਉੱਥੇ ਉੱਥੇ ਪਰਮਾਤਮਾ, ਉਸ ਹਿਰਦੇ ਰੂਪੀ ਜਗ੍ਹਾ 'ਚ ਪਰਮਾਤਮਾ ਹੈ, ਜਿੱਥੇ ਸਾਨੂੰ ਉਹ ਪਤੀਜਣਾ ਮਹਿਸੂਸ ਹੁੰਦਾ ਹੈ। ਉਹ ਪਰਮਾਤਮਾ ਦਾ ਅਨੁਭਵ ਹੈ। ਉਹ ਨਰਕ ਸੁਰਗ ਦੋਨਾਂ ਤੋਂ ਹੀ ਉੱਪਰ ਆ। ਉਹ ਦੁੱਖ ਵੀ ਤੇ ਸੁੱਖ ਦੋਨਾਂ ਤੋਂ ਹੀ ਉੱਪਰ ਆ। ਉੱਥੇ ਕਹਿੰਦੇ ਜਿਹੜਾ ਕੋਈ ਪਹੁੰਚ ਗਿਆ, ਉਹ ਬੈਕੁੰਠ ਆ। ਬੈਕੁੰਠ ਸਵਰਗ ਤੋਂ ਉੱਪਰ ਦੀ ਜਗ੍ਹਾ ਹੈਗੀ ਆ। ਵਾਹਿਗੁਰੂ ਜੀ, ਵਾਹਿਗੁਰੂ ਜੀ। ਕਹਿਨ ਕਹਾਵਨ ਨਹਿ ਨਹਿ ਪਤਿਆਈ ਹੈ, ਤਉ ਮਨ ਮਾਨੇ ਜਾਤੇ ਹਉਮੈ ਜਈ ਹੈ। ਕਹਿੰਦੇ ਸਿਰਫ ਨਰਕ ਸੁਰਗ ਦੀਆਂ ਗੱਲਾਂ ਕਰਨ ਦੇ ਨਾਲ ਹੀ ਕਹਿੰਦੇ ਕਿਸੇ ਨੂੰ ਭਰੋਸਾ ਨਹੀਂ ਵੱਜ ਸਕਦਾ। ਕਹਿੰਦੇ ਜਿਹਦੇ ਮਨ ਦੇ ਵਿੱਚੋਂ ਹਉਮੈ ਖਤਮ ਹੋ ਗਈ, ਕਹਿੰਦੇ ਉਹੀ ਇਸ ਨੂੰ ਸਮਝ ਸਕਦਾ ਹੈ। ਉਹਦਾ ਹੀ ਮਨ ਪਰਮਾਤਮਾ ਦੇ ਵਿੱਚ ਮੰਨ ਸਕਦਾ ਹੈ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਕਹਿੰਦੇ ਜਦੋਂ ਤੱਕ ਮਨ ਦੇ ਵਿੱਚ ਸਵਰਗ ਦੀ ਆਸ ਆ, ਉਦੋਂ ਤੱਕ ਕਹਿੰਦੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿਸੇ ਦਾ ਮਨ ਨਹੀਂ ਜੁੜ ਸਕਦਾ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਕਹਿੰਦੇ ਕਬੀਰ ਜੀ ਕਹਿੰਦੇ ਵੀ ਇਹ ਕਿਹਾ ਨਹੀਂ ਜਾ ਸਕਦਾ ਕਿਸੇ ਨੂੰ, ਇਹ ਤੇ ਜਦੋਂ ਕੋਈ ਆਪ ਮਹਿਸੂਸ ਕਰਦਾ ਫਿਰ ਹੀ ਮਹਿਸੂਸ ਕਰਦਾ। ਕਹਿੰਦੇ ਸਾਧ ਸੰਗਤ ਦੇ ਵਿੱਚ ਹੀ ਬੈਕੁੰਠ ਆ। ਉਹ ਕਿਉਂ? ਸਾਧ ਸੰਗਤ ਦੇ ਵਿੱਚ ਹੀ ਪਰਮਾਤਮਾ ਦੀਆਂ ਗੱਲਾਂ ਹੁੰਦੀਆਂ ਨੇ। ਉੱਥੇ ਹੀ ਮਨ ਪਰਮਾਤਮਾ ਵੱਲ ਭਤੀਜਣ ਲੱਗਦਾ, ਉੱਥੇ ਹੀ ਮਨ ਪਰਮਾਤਮਾ ਦੀ ਬੰਦਗੀ ਵਿੱਚ ਲੱਗਦਾ। ਇਸ ਕਰਕੇ ਸਾਧ ਸੰਗਤ ਨੂੰ ਬੈਕੁੰਠ ਕਿਹਾ ਗਿਆ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬਖਸ਼ਣੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ, ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।